ਪਹਿਲਾਂ ਤਾਂ ਸਾਡੇ ਦੇਸ਼ ਦਾ ਪੰਜਾਬ ਦਾ ਚੌਥਾ ਸਤੰਭ ਸਾਡੇ ਮੀਡੀਆ ਦੇ ਸਾਥੀ ਜਿਹੜੇ ਹਮੇਸ਼ਾ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ, ਪੰਜਾਬ ਤੇ ਪੰਜਾਬੀਅਤ ਨਾਲ ਖੜਦੇ ਨੇ, ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੈਸ ਕਾਨਫਰੰਸ 'ਚ। ਅੱਜ ਦੀ ਪ੍ਰੈਸ ਕਾਨਫਰੰਸ 'ਚ ਦੋ ਬੜੇ ਇੰਪੋਰਟੈਂਟ ਇਸ਼ੂ ਜਿਹੜੇ ਉਹ ਡਿਸਕਸ ਹੋਣੇ ਆ। ਇੱਕ ਤਾਂ ਜਿਵੇਂ ਤੁਸੀਂ ਦੇਖਿਆ ਸਿਕਿਉਰਿਟੀ ਨੂੰ ਲੈ ਕੇ ਸੀਗਾ, ਤੇ ਪਹਿਲਾਂ ਸੋਚਦਾ ਮੈਂ ਕੁਝ ਪੁਆਇੰਟਰਸ ਜਿਹੜੇ ਹੈਗੇ ਆ ਉਹ ਕਲੀਅਰ ਕਰਦਾ ਤਾਂ ਕਿ ਸਾਰਾ ਕਨਸੈਪਟ ਪੂਰੇ ਪੰਜਾਬ ਨੂੰ ਕਲੀਅਰ ਹੋ ਜੇ ਕਿ ਅਸਲ ਕਹਾਣੀ ਕੀ ਸੀਗੀ। ਉਹ ਤੋਂ ਬਾਅਦ ਫਿਰ ਆਪਾਂ ਅੱਗੇ ਉਹਦੇ ਫੈਕਟਸ 'ਤੇ ਆਵਾਂਗੇ। ਇਹ ਗੱਲ ਸ਼ੁਰੂ ਹੁੰਦੀ ਹੈ ਸਿਕਿਉਰਿਟੀ ਡਾਕੂਮੈਂਟ ਜਿਹੜੇ ਲੀਕ ਹੁੰਦੇ ਹੈ 12 ਮਈ ਦੇ, ਉੱਥੋਂ ਗੱਲ ਸ਼ੁਰੂ ਹੁੰਦੀ ਹੈ। ਉਹ ਹੁੰਦੇ ਜਿਹੜੇ ਹਾਈਲੀ ਡਿਗਨਿਟੀਜ਼ ਜਿਹੜੇ ਪੰਜਾਬ ਦੇ ਨੇ, ਚਾਹੇ ਪੁਲਿਸ ਅਫਸਰ ਨੇ, ਚਾਹੇ ਐਡਮਿਨਿਸਟ੍ਰੇਸ਼ਨ ਤੋਂ ਨੇ, ਚਾਹੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ, ਚਾਹੇ ਸਾਡੇ ਪੰਜਾਬ ਦੇ ਉੱਘੇ ਸਿੰਗਰ ਸਿੱਧੂ ਮੂਸੇਵਾਲਾ ਜਿਹਦੀ ਸਿਕਿਉਰਿਟੀ ਘਟਾਉਣ ਦੀ ਗੱਲ ਹੋਵੇ, ਚਾਹੇ ਹੋਰ ਜਿਹੜੇ ਪੰਜਾਬ ਦੇ ਜਿਹੜੇ ਜਿਨ੍ਹਾਂ ਨੂੰ ਸਿਕਿਉਰਿਟੀ ਥ੍ਰੈਟ ਸਿਕਿਉਰਿਟੀ ਪਰਸੈਪਸ਼ਨ ਹੈਗੀ ਆ ਉਹਨਾਂ ਦੀ ਸਿਕਿਉਰਿਟੀ ਘਟਾਉਣ ਦੀ ਗੱਲ ਹੋਵੇ। ਉਹ ਇੱਕ ਸਿਕਿਉਰਿਟੀ ਰਿਵਿਊ ਮੀਟਿੰਗ ਹੁੰਦੀ ਹੈ ਔਰ ਰਿਵਿਊ ਮੀਟਿੰਗ 'ਚ ਫੈਸਲਾ ਆਉਂਦਾ ਔਰ ਉਹ ਫੈਸਲਾ ਲੀਕ ਹੋ ਜਾਂਦਾ ਹੈ। ਬੜੀ ਹੈਰਤ ਦੀ ਗੱਲ ਹੈ ਕਿਵੇਂ ਲੀਕ ਹੁੰਦਾ ਹੈ। ਅਤੇ ਆਪਾਂ ਹੁਣ ਉਹਨਾਂ 'ਤੇ ਆਈਏ। ਉਸ 'ਚ ਇੱਕ ਆਨਰੇਬਲ ਹਾਈ ਕੋਰਟ 'ਚ ਪਟੀਸ਼ਨ ਫਾਈਲ ਹੁੰਦੀ ਹੈ ਕਿ ਬਈ ਜਿਹੜੇ ਡਿਪਟੀ CM ਕਾਂਗਰਸ 'ਚ ਰਹੇ ਨੇ ਉਹਨਾਂ ਵੱਲੋਂ ਕਿ ਮੈਨੂੰ ਥ੍ਰੈਟ ਪਰਸੈਪਸ਼ਨ ਹੈ ਕਿ ਮੇਰੀ ਸਿਕਿਉਰਿਟੀ ਵਿਡਰਾ ਕੀਤੀ ਗਈ ਹੈ, ਘੱਟ ਕੀਤੀ ਗਈ ਹੈ, ਅਤੇ ਇਹਨੂੰ ਬਹਾਲ ਕੀਤਾ ਜਾਵੇ। ਅਤੇ ਉਹ ਰਿਟ 'ਤੇ ਇੱਕ ਆਰਡਰ ਹੁੰਦਾ ਹੈ 30/5/2022। ਆਨਰੇਬਲ ਹਾਈ ਕੋਰਟ ਆਰਡਰ ਕਰਦੀ ਹੈ ਕਿ ਬਈ ਜਿਹੜੀ ਇਹ ਸਿਕਿਉਰਿਟੀ ਥ੍ਰੈਟ ਜਿਹੜੀ ਹੈਗੀ ਹੈ ਇਹਦੀ ਜਿਹੜੀ ਰਿਵਿਊ ਮੀਟਿੰਗ ਹੋਈ ਹੈ ਉਸ 'ਚ ਸਰਕਾਰ ਨੇ ਐਸਾ ਕੀ ਦੇਖਿਆ ਉਹ ਦੱਸਿਆ ਜਾਵੇ। ਅਤੇ ਉਸ ਰਿਟ 'ਚ ਸਪੈਸੀਫਿਕਲੀ ਕਿਹਾ ਜਾਂਦਾ ਹੈ, ਉਸ ਆਰਡਰ 'ਚ ਸਪੈਸੀਫਿਕਲੀ 30/5 ਦੇ 'ਚ ਕਿਹਾ ਜਾਂਦਾ ਹੈ ਕਿ ਸਰਕਾਰ ਡਿਟੇਲ ਇਨਫੋਰਮੇਸ਼ਨ ਬੰਦ ਲਿਫਾਫੇ 'ਚ ਲਿਆਵੇ, ਚਾਹੇ ਉਹ ਪੰਜਾਬ ਦੀ ਸਿਕਿਉਰਿਟੀ ਥ੍ਰੈਟ ਪਰਸੈਪਸ਼ਨ ਦੀ ਚਿੱਠੀਆਂ ਹੋਣ, ਚਾਹੇ ਉਹ ਸੈਂਟਰ ਦੀਆਂ ਹੋਣ। ਅਤੇ ਇੱਕ ਹੋਰ ਵਰਡ ਬੜਾ ਯੂਜ਼ ਕੀਤਾ ਜਾਂਦਾ ਹੈ ਕਿ ਇਹ ਇਨਫੋਰਮੇਸ਼ਨ ਲੀਕ ਕਿਵੇਂ ਹੋਈ, ਕੀ ਇਹ RTI ਦੇ ਥਰੂ ਲੀਕ ਹੋਈ ਜਾਂ ਕਿਸੇ ਬੰਦੇ ਵੱਲੋਂ ਲੀਕ ਕੀਤੀ ਗਈ। ਉਹਦੇ ਬਾਰੇ ਡਿਟੇਲ ਇਨਫੋਰਮੇਸ਼ਨ ਸਰਕਾਰ ਪ੍ਰੋਵਾਈਡ ਕਰੇ, ਜਿਹਦਾ ਕੱਲ੍ਹ ਕੇਸ ਵੀ ਲੱਗਿਆ ਸੀਗਾ ਅਤੇ ਹੁਣ ਉਹ 29 ਤਰੀਕ ਪੈ ਗਈ ਹੈ, ਸਰਕਾਰ ਨੇ ਕੱਲ੍ਹ ਤਰੀਕ ਲੈ ਲਈ ਹੈ। ਉੱਥੋਂ ਇਹ ਕੋਰਟ ਦੀ ਲੜਾਈ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਸੇਮ ਇਨਫੋਰਮੇਸ਼ਨ ਜਿਹੜੀ 12 ਮਈ ਨੂੰ ਲੀਕ ਹੋਈ ਹੈ ਉਸ ਤੋਂ ਬਾਅਦ ਇੱਕ 28 ਮਈ ਦੀ ਇਨਫੋਰਮੇਸ਼ਨ ਲੀਕ ਹੁੰਦੀ ਹੈ, ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਅਤੇ ਸਿੱਧੂ ਮੂਸੇਵਾਲਾ ਵੀਰ ਇਹਨਾਂ ਦੇ ਸਭ ਦੀ ਇਨਫੋਰਮੇਸ਼ਨਾਂ ਹੁੰਦੀਆਂ। ਉਹ ਲੀਕ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਵੱਲੋਂ, ਇੱਕ ਕੁੜੀ ਵੱਲੋਂ ਲੀਕ ਕੀਤੀ ਜਾਂਦੀ ਹੈ, ਜਿਹੜੇ ਡਾਕੂਮੈਂਟ ਸਕਰੀਨਸ਼ਾਟ ਜਿਹੜੇ ਸਾਡੇ ਕੋਲ ਪਹੁੰਚੇ, ਰਿਪੋਰਟ ਨਹੀਂ ਪਹੁੰਚੀ, ਸਕਰੀਨਸ਼ਾਟ ਪਹੁੰਚੇ। ਉਹ ਸਕਰੀਨਸ਼ਾਟ 'ਚ ਕਲੀਅਰਲੀ ਲਿਖਿਆ ਜਾਂਦਾ ਹੈ ਕਿ ਉੱਪਰ ਸੀਕਰੇਟ, ਜੇ ਤੁਸੀਂ ਧਿਆਨ ਨਾਲ ਜ਼ੂਮ ਕਰਕੇ ਦੇਖੋ ਲਿਖਿਆ ਸੀ, ਆਨਰੇਬਲ ਹਾਈ ਕੋਰਟ 'ਚ ਆਪਣੀ ਪਟੀਸ਼ਨ 'ਚ ਲਾਈਆਂ ਕਾਪੀਆਂ ਉਹ ਜਿਹੜੀ ਡਾਇਰੈਕਸ਼ਨ ਹੋਈਆਂ ਜਿਸ 'ਚ। ਅਤੇ ਉਹ ਤੋਂ ਬਾਅਦ ਇੱਕ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ਜਰਨਲਿਸਟ ਜਿਹੜੇ ਹੈਗੇ ਨੇ, ਮੀਡੀਆ ਦੇ ਸਾਥੀ ਨੇ, ਉਹਨਾਂ ਵੱਲੋਂ ਲੀਕ ਹੁੰਦੀ ਹੈ। ਅਨਫੋਰਚੂਨੇਟਲੀ ਬਾਅਦ ਸਰਕਾਰ ਉਹਨਾਂ ਨੂੰ ਇੱਕ ਵੱਡਾ ਅਹੁਦਾ ਸ਼ਾਇਦ ਸ਼ਾਬਾਸ਼ੀ ਦੇ ਰੂਪ 'ਚ ਦੇ ਦਿੰਦੀ ਹੈ ਵੀ ਤੁਸੀਂ ਸਰਕਾਰ ਦਾ ਸਰਕਾਰੀ ਦਸਤਾਵੇਜ਼ ਲੀਕ ਕਰਤਿਆ, ਵੀ ਤੁਹਾਨੂੰ ਬਹੁਤ-ਬਹੁਤ ਵਧਾਈ। ਇਹਦਾ ਮਤਲਬ ਸਰਕਾਰ ਸਿੱਧਾ ਚੱਲਣ ਦੀ ਬਜਾਏ ਪੁੱਠਾ ਚੱਲਣ ਲੱਗ ਜਾਂਦੀ ਹੈ, ਕਿਉਂਕਿ ਦਿੱਲੀੋਂ ਚੱਲ ਰਹੀ ਹੈ ਨਾ, ਤਾਂ ਦਿੱਲੀ ਵਾਲੇ ਕਦੀ ਸਿੱਧੇ ਚੱਲੇ ਨਹੀਂ ਪੰਜਾਬ ਦੇ ਹੱਕ 'ਚ। ਉਸ ਤੋਂ ਬਾਅਦ ਉਸੀ ਸਿਕਿਉਰਿਟੀ ਥ੍ਰੈਟ ਪਰਸੈਪਸ਼ਨ ਤੋਂ ਬਾਅਦ ਜੋ ਬਾਅਦ 'ਚ ਮੀਡੀਆ ਦੀ ਖਬਰਾਂ ਵੀ ਆਈਆਂ ਕਿ ਕਿਵੇਂ ਗੈਂਗਸਟਰਸ ਐਕਟੀਵੇਟ ਹੋਏ, ਕਿਵੇਂ ਉਹਨਾਂ ਨੇ ਕਿਹਾ ਵੀ 28 ਤਰੀਕ ਨੂੰ ਵੀ ਹੁਣ ਪਤਾ ਲੱਗ ਗਿਆ ਜੀ ਸਿਕਿਉਰਿਟੀ ਘੱਟ ਗਈ, ਹੁਣ ਤੁਸੀਂ ਕਰ ਦਿਓ ਕੰਮ ਜਿਹੜਾ ਤੁਸੀਂ ਕਰਨਾ। ਇਹ ਆਡੀਓਸ ਚਾਹੇ ਦਿੱਲੀ ਦੀ ਸੈੱਲ ਹੋਵੇ, ਇਹ ਲੀਕ ਹੋਈਆਂ। ਇਹਦਾ ਮਤਲਬ ਇਹ ਕਲੀਅਰ ਹੋ ਗਿਆ ਕਿ 28 ਤਰੀਕ ਦੀ ਲੀਕ ਇਨਫੋਰਮੇਸ਼ਨ ਆਮ ਆਦਮੀ ਪਾਰਟੀ ਦੇ ਨੈਸ਼ਨਲ ਫੇਸਬੁੱਕ ਪੇਜ 'ਤੇ ਪਈ ਇਨਫੋਰਮੇਸ਼ਨ 28 ਤਰੀਕ ਦੀ, ਆਮ ਆਦਮੀ ਪਾਰਟੀ ਦੇ ਨੈਸ਼ਨਲ ਟਵਿੱਟਰ ਹੈਂਡਲ 'ਤੇ ਪਈ ਕਿ ਅਸੀਂ 224 ਜਣਿਆਂ ਦੀ ਇਨਕਲੂਡਿੰਗ ਸਿੱਧੂ ਮੂਸੇਵਾਲਾ, ਤਖਤ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਅਤੇ ਹੋਰ ਕਈ ਜਣਿਆਂ ਦੀ ਸਿਕਿਉਰਿਟੀ ਜਿਹੜੀ ਹੈ ਘਟਾਤੀ ਹੈ। ਇਹ ਇਨਫੋਰਮੇਸ਼ਨ ਸਭ ਤੋਂ ਪਹਿਲੀ ਫਸਟ ਇਨਫੋਰਮੇਸ਼ਨ ਕਿਹਨੇ ਪ੍ਰੋਵਾਈਡ ਕੀਤੀ? ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਜਿਹੜੀ ਲੱਖਾਂ ਰੁਪਈਆ ਪੰਜਾਬ ਦਾ ਤਨਖਾਹਾਂ ਲੈ ਕੇ ਮੁੱਖ ਮੰਤਰੀ ਸਾਹਿਬ ਦੀ ਕੋਠੀਆਂ 'ਚ ਬੈਠੀ ਹੈ, ਉਹ ਟੀਮ ਵੱਲੋਂ ਲੀਕ ਹੋਇਆ। ਉਹਨਾਂ ਖਿਲਾਫ ਸਰਕਾਰ ਨੇ ਹੁਣ ਤੱਕ ਕੀ ਕਾਰਵਾਈ ਕੀਤੀ, ਉਹਨੂੰ ਲੈ ਕੇ ਸਾਰੀ ਮੁਹਿੰਮ ਚੱਲ ਰਹੀ ਹੈ।
ਉਸ ਤੋਂ ਬਾਅਦ 30/5/2022 ਨੂੰ ਇਸ ਆਰਡਰ ਤੋਂ ਬਾਅਦ ਜਦ ਮੈਨੂੰ ਪਤਾ ਲੱਗਦਾ ਦੁਪਹਿਰ ਨੂੰ ਆਰਡਰ ਆ ਗਿਆ ਤੇ ਮੈਂ ਇੱਕ ਆਰਟੀਏ ਫਾਈਲ ਕਰਦਾ ਹੈ ਡਿਪਾਰਟਮੈਂਟ ਨੂੰ, ਡੀਜੀਪੀ ਸਾਹਿਬ ਨੂੰ। ਮੈਨੂੰ ਪਤਾ ਸੀ ਉਸ ਆਰਟੀਏ ਦਾ ਰਿਜ਼ਲਟ ਕੁਝ ਨਹੀਂ ਹੋਣਾ, ਬਟ ਉਹ ਆਰਟੀਏ ਮੇਰੀ ਰਿਟ ਦਾ ਆਧਾਰ ਬਣਨੀ ਹੈ, ਉਹ ਆਰਟੀਏ ਮੇਰੀ ਡਾਇਰੈਕਸ਼ਨ ਦਾ ਆਧਾਰ ਬਣਨੀ ਹੈ। ਮੈਂ ਆਰਟੀਏ ਫਾਈਲ ਕੀਤੀ ਕਿ ਮੈਨੂੰ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਹੈ ਉਹ ਕਿੰਨੀ ਦਿੱਤੀ ਗਈ ਹੈ, ਉਹ ਮੈਨੂੰ ਪੰਜਾਬ ਪੁਲਿਸ ਦੱਸੇ, ਤੇ ਨਾਲੇ ਕਿਹੜੇ ਰੂਲਸ ਐਂਡ ਰੈਗੂਲੇਸ਼ਨਸ ਦੇ ਅਧੀਨ ਤੇ ਸਿਕਿਉਰਿਟੀ ਦੇਈ ਗਈ ਹੈ, ਕਿਉਂਕਿ ਬਾਹਰ ਦੇ ਬੰਦੇ ਨੂੰ ਸਿਕਿਉਰਿਟੀ ਪੰਜਾਬ ਪੁਲਿਸ ਜਾਂ ਕੋਈ ਵੀ ਸਟੇਟ ਦੂਜੇ ਸਟੇਟ ਨੂੰ ਨਹੀਂ ਦੇ ਸਕਦੀ। ਇਹ ਆਨਰੇਬਲ ਹਾਈ ਕੋਰਟ ਦੀ ਜਜਮੈਂਟਸ ਹੈਗੀਆਂ ਨੇ। ਆਲਰੇਡੀ ਪੌਂਟੀ ਚੱਡਾ ਵਾਲੇ ਕੇਸ 'ਚ ਸਿਕਿਉਰਿਟੀ ਵਿਡਰਾ ਹੋਈ ਸੀਗੀ ਰਿਟ ਪੈਣ ਤੋਂ ਬਾਅਦ, ਉਹ ਕਿਸ ਆਧਾਰ 'ਤੇ ਦੇਈ ਗਈ। ਤੇ ਉਹ ਆਰਟੀਆਈ ਜਿਹੜੀ ਦਾ ਜਵਾਬ ਜਿਹੜਾ ਪਹਿਲਾਂ ਮੈਂ ਤੁਹਾਨੂੰ ਆਰਟੀਆਈ ਦਿਖਾ ਦਿੰਦਾ, ਇਹ ਆਰਟੀਆਈ ਸੀਗੀ ਜੀ 30/5 ਦੀ। ਤੇ ਉਹ ਤੋਂ ਬਾਅਦ ਮੈਂ ਜਵਾਬ ਦੀ ਵੇਟ ਕਰਦਾ ਕਿਉਂਕਿ ਮੈਨੂੰ ਪਤਾ ਜਵਾਬ ਤਾਂ ਆਉਣਾ ਨਹੀਂ ਹੈ, ਕੀ ਜਵਾਬ ਆਉਣਾ ਮੈਨੂੰ ਆਲਰੇਡੀ ਪਤਾ ਸੀਗਾ। ਉਸ ਤੋਂ ਬਾਅਦ ਮੈਂ ਇੱਕ ਰਿਪਰਜੈਂਟੇਸ਼ਨ 7/6/2022 ਨੂੰ ਆਨਰੇਬਲ ਡੀਜੀਪੀ ਸਾਹਿਬ ਨੂੰ ਪਰਸਨਲੀ ਅਸੀਂ ਮਿਲਦੇ ਹਾਂ, ਜੋ ਪੁਰਾਣੇ ਡੀਜੀਪੀ ਸਾਹਿਬ ਹੈ, ਹੁਣ ਤਾਂ ਚੇਂਜ ਹੋ ਗਏ, ਤੇ ਉਹਨਾਂ ਨੂੰ ਮਿਲਦੇ ਹਾਂ। ਉਹਨਾਂ ਨੂੰ ਮਿਲ ਕੇ ਪ੍ਰੋਪਰ ਇੱਕ ਰਿਪਰਜੈਂਟੇਸ਼ਨ ਦਿੰਦਾ ਅਲੋਂਗ ਵਿਦ ਡਾਕੂਮੈਂਟਰੀ ਪ੍ਰੂਫ, ਕਾਗਜ਼ੀ ਸਬੂਤਾਂ ਦੇ ਨਾਲ ਵੀ ਇਹ ਲੋਕਾਂ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ। ਇਹ ਸਬੂਤ ਜਿਹੜਾ ਦਿੱਲੀ ਟੀਮ ਦੀ ਉਹ ਜਿਹੜੀ ਕੁੜੀ ਹੈ, ਲੇਡੀ ਹੈ, ਉਹਨੇ ਮੀਡੀਆ ਨੂੰ ਭੇਜਿਆ। ਮੈਂ ਧੰਨਵਾਦ ਹੈ ਸਾਡੇ ਪੰਜਾਬ ਦੇ ਮੀਡੀਆ ਦਾ ਕਿ ਜਿਨ੍ਹਾਂ ਨੇ ਉਹ ਹਾਈਲੀ ਸੈਂਸਿਟਿਵ ਸਿਕਿਉਰਿਟੀ ਡਾਕੂਮੈਂਟ ਆਪਣੇ ਪੰਜਾਬ ਦੇ ਹਿੱਤ 'ਚ ਵਾਇਰਲ ਨਹੀਂ ਕੀਤਾ, ਨਾ ਚਲਾਇਆ। ਨਹੀਂ ਜੇ ਇੱਕ ਵੀ ਮੀਡੀਆ ਉਹ ਲਿਸਟ ਜਨਤਕ ਕਰ ਦਿੰਦੀ ਤਾਂ ਸੋਚੋ ਪੰਜਾਬ ਦਾ ਮਾਹੌਲ ਕੀ ਬਣਨਾ ਸੀਗਾ। ਇੱਕ ਕਤਲ ਹੁਣ ਤੱਕ ਸੰਭਲ ਨਹੀਂ ਰਿਹਾ। ਰੋਜ਼ ਕੀ ਹਾਲਾਤ, ਸਾਡੀ 25% ਪੁਲਿਸ ਜਿਹੜੀ ਪੰਜਾਬ ਦੀ ਜਿਹੜੀ ਹੈਗੀ, ਜਿਹਨੂੰ ਪੰਜਾਬ ਦੇ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਸੰਭਾਲਣਾ ਚਾਹੀਦਾ ਸੀਗਾ, ਉਹ ਅੱਜ ਉਸ ਕਤਲ ਦੇ ਪਿੱਛੇ ਲੱਗੀ ਹੋਈ ਹੈ ਜਸਟ ਬਿਕੋਜ਼ ਆਫ ਇਹ ਡਾਕੂਮੈਂਟਸ ਲੀਕ ਹੋ ਕੇ ਆਪਣੇ ਪਬਲਿਸਿਟੀ ਪ੍ਰੋਪੇਗੈਂਡਾ ਵਾਸਤੇ ਪੰਜਾਬ ਦੀ ਸਿਕਿਉਰਿਟੀ ਨੂੰ, ਪੰਜਾਬ ਦੇ ਹਿੱਤ ਨੂੰ, ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਦੇ ਤਹਿਤ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ। ਔਰ ਰਿਪਰਜੈਂਟੇਸ਼ਨ ਦੇਣ ਤੋਂ ਬਾਅਦ ਮੈਂ ਕਹਿ ਕੇ ਵੀ ਆਇਆ ਨਾਲ, ਇੱਕ ਪਹਿਲਾਂ ਮੈਂ ਰਿਟ ਪਾਈ ਸੀਗੀ ਕਾਂਗਰਸ ਟਾਈਮ 'ਤੇ ਜਿਹੜੀ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ, ਜਿਹਦੀ ਹੁਣ ਸੀਬੀਆਈ ਇਨਕੁਆਇਰੀ ਵੀ ਚੱਲ ਰਹੀ ਹੈ, ਤੇ ਹੁਣ ਸੁਣਨ 'ਚ ਆਇਆ ਪੰਜਾਬ ਸਰਕਾਰ ਨੇ ਮੈਨੂੰ ਚਿੱਠੀ ਵੀ ਆਈ ਹੈ ਕਿ ਅਸੀਂ ਇੱਕ ਅਲੱਗ ਤੋਂ ਕਮੇਟੀ ਬਣਾਤੀ ਉਹਨੂੰ ਸਕਰੂਟਨੀ ਕਰਨ ਵਾਸਤੇ। ਤੇ ਮੈਂ ਉਹ ਵੀ ਕਾਪੀ ਵੀ ਦੇ ਕੇ ਆਇਆ ਡੀਜੀਪੀ ਸਾਹਿਬ ਨੂੰ, ਕਹਿ ਕੇ ਆਇਆ ਵੀ ਇਸ ਕੇਸ 'ਚ ਵੀ ਪਰਚਾ ਦਰਜ ਕਰੇ ਪੰਜਾਬ ਸਰਕਾਰ। ਔਰ ਨਾਲੇ ਦੱਸ ਕੇ ਆਇਆ ਕਿ ਤੁਸੀਂ ਇਹ ਨਾ ਸੋਚੋ ਕਿ ਮੈਂ ਰਿਪਰਜੈਂਟੇਸ਼ਨ ਦੇਤੀ ਔਰ ਚੁੱਪ ਕਰਕੇ ਬੈਠ ਗਿਆ। 1.5 ਮਹੀਨੇ ਬਾਅਦ ਮੈਂ ਇਸ 'ਤੇ ਵੀ ਇਸੀ ਰਿਟ ਦੇ ਹਿਸਾਬ ਨਾਲ ਰਿਟ ਫਾਈਲ ਕਰੂੰਗਾ, ਡਾਇਰੈਕਸ਼ਨ ਫਾਈਲ ਕਰੂੰਗਾ ਕਿ ਭਾਈ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਹਨਾਂ 'ਤੇ। ਉਸ ਤੋਂ ਬਾਅਦ 4/7/2022 ਨੂੰ ਜਿਹੜੀ ਮੈਨੂੰ ਰਿਪਲਾਈ ਆ ਜਾਂਦੀ ਹੈ, ਮੇਰੇ ਮਨ ਮੁਤਾਬਿਕ, ਮੇਰੀ ਇੱਛਾ ਮੁਤਾਬਿਕ, ਕਾਨੂੰਨ ਮੁਤਾਬਿਕ, ਕਿਉਂਕਿ ਮੈਂ ਵੀ ਨਹੀਂ ਚਾਹੁੰਦਾ ਕਿ ਆਰਟੀਆਈ 'ਚ ਕੋਈ ਐਸੀ ਸੈਂਸਿਟਿਵ ਇਨਫੋਰਮੇਸ਼ਨ ਬਾਹਰ ਆਵੇ ਔਰ ਸਰਕਾਰ ਦੇਵੇ, ਨਾ ਸਰਕਾਰ ਨੂੰ ਦੇਣੀ ਚਾਹੀਦੀ ਹੈ। ਉਸ ਆਰਟੀਆਈ ਦਾ ਜਵਾਬ ਆਉਂਦਾ ਹੈ ਜਿਵੇਂ ਅਸੀਂ ਸੋਚਿਆ ਸੀਗਾ। ਅਸਿਸਟੈਂਟ ADGP ਸਾਹਿਬ ਦੀ ਸਾਈਨ ਦੇ ਨਾਲ ਇਹ ਆਰਟੀਆਈ ਦਾ ਜਵਾਬ ਆਉਂਦਾ ਹੈ, ਔਰ ਇਸ 'ਚ ਲਿਖਿਆ ਜਾਂਦਾ ਹੈ ਕਿ ਇਹ ਹਾਈਲੀ ਸੈਂਸਿਟਿਵ ਡਾਕੂਮੈਂਟ ਹੈ ਜਿਨ੍ਹਾਂ ਨੂੰ ਅਸੀਂ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਇਟ ਮੀਨਸ ਇਸ ਐਡਮਿਸ਼ਨ ਆਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਪੁਲਿਸ ਨੇ ਪ੍ਰੋਟੈਕਸ਼ਨ ਦੇਈ ਹੋਈ ਹੈ, ਵੀ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਅਸੀਂ ਉਹਨਾਂ ਦੀ ਸਿਕਿਉਰਿਟੀ ਡਿਸਕਲੋਜ਼ ਨਹੀਂ ਕਰ ਸਕਦੇ। ਹੁਣ ਮੇਰਾ ਇੱਕ ਕੁਐਸਚਨ ਹੈ ਕਿ ਜਿਹੜੇ ਤਾਂ ਦਿੱਲੀ ਵਾਲੇ ਨੇ, ਜਿਨ੍ਹਾਂ ਨਾਲ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਈ ਹੋਈ ਹੈ, ਉਹਨਾਂ ਦੇ ਡਾਕੂਮੈਂਟ ਤੁਸੀਂ ਨਹੀਂ ਡਿਸਕਲੋਜ਼ ਕਰ ਸਕਦੇ, ਕਰਨੇ ਵੀ ਨਹੀਂ ਚਾਹੀਦੇ। ਪਰ ਜਿਹੜੇ ਪੰਜਾਬ ਦੇ ਨੇ, ਪੰਜਾਬੀ ਨੇ, ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ, ਸਰਕਾਰ ਬਣਾਈ, ਉਹਨਾਂ ਦੇ ਡਾਕੂਮੈਂਟ ਤੁਸੀਂ ਜਿਵੇਂ ਰੇਹੜੀਆਂ 'ਤੇ ਮੂੰਗਫਲੀ ਵਿਕਦੀ ਹੁੰਦੀ ਹੈ ਐ ਤੁਸੀਂ ਪਬਲਿਕ ਕਰਤੇ, ਜਿਹਦਾ ਖਾਮਿਆਜਾ ਪੰਜਾਬ ਨੂੰ ਭੁਗਤਣਾ ਪਿਆ। ਇੱਕ ਕਤਲ ਹੋਇਆ ਪੰਜਾਬ 'ਚ, ਹਾਈ ਪ੍ਰੋਫਾਈਲ ਕਤਲ ਹੋਇਆ। ਉਸ ਤੋਂ ਬਾਅਦ ਫਿਰ 15/7/2022 ਨੂੰ ਜਦੋਂ ਨਹੀਂ ਕੁਛ ਹੁੰਦਾ, ਫਿਰ ਮੇਰੇ ਵੱਲੋਂ ਇੱਕ ਡਾਇਰੈਕਸ਼ਨ ਫਾਈਲ ਕੀਤੀ ਜਾਂਦੀ। ਮੈਂ ਬੜਾ ਕਲੀਅਰ ਕਰਦਾ, ਕਈ ਸਾਥੀ ਮੀਡੀਆ ਵਾਲੇ ਪੁੱਛਦੇ ਨੇ ਕਿ ਫਰਕ ਕੀ ਹੈ ਇਹਨਾਂ 'ਚ। ਇੱਕ ਤਾਂ ਹੁੰਦੀ ਪਬਲਿਕ ਇੰਟਰਸਟ ਲਿਟੀਗੇਸ਼ਨ, ਕਿ ਤੁਸੀਂ ਜਿਵੇਂ ਪਹਿਲਾਂ ਮੈਂ ਸਕਾਲਰਸ਼ਿਪ ਸਕੈਮ 'ਚ ਪਾਈ ਸੀਗੀ, ਹੁਣ ਤੱਕ ਚੱਲ ਰਹੀ ਹੈ। ਇੱਕ ਹੁੰਦੀ ਡਾਇਰੈਕਸ਼ਨਸ, ਕਿ ਮੈਂ ਇੱਕ ਰਿਪਰਜੈਂਟੇਸ਼ਨ ਦਿੱਤੀ ਸਰਕਾਰ ਨੂੰ ਵੀ ਤਾਂ ਕੰਮ ਕਰੋ, ਸਰਕਾਰ ਨੇ ਨਹੀਂ ਕੀਤਾ
ਤੇ ਮੈਂ ਆਨਰੇਬਲ ਹਾਈ ਕੋਰਟ 'ਚ ਜਾ ਕੇ ਕਿਹਾ ਕਿ ਸਰਕਾਰ ਇਹ ਕੰਮ ਨਹੀਂ ਕਰ ਰਹੀ, ਇਹਦੇ ਨਾਲ ਥ੍ਰੈਟ ਪਰਸੈਪਸ਼ਨ ਬਣੀ ਹੋਈ ਹੈ ਪੰਜਾਬ ਨੂੰ। ਕੱਲ੍ਹ ਨੂੰ ਖਬਰੇ ਇਹ ਦਿੱਲੀ ਵਾਲਾ ਲਾਣਾ ਹੋਰ ਕਿਹੜੇ ਕਿਹੜੇ ਕਾਗਜ਼ ਰਿਲੀਜ਼ ਕਰਦੇ, ਕਿਹੜੀ ਕਿਹੜੀ ਹਾਈ ਸਿਕਿਉਰਿਟੀ ਡਾਕੂਮੈਂਟ, ਇਹਨਾਂ ਦਾ ਕੋਈ ਭਰੋਸਾ ਨਹੀਂ ਪਾਕਿਸਤਾਨ ਨੂੰ ਵੇਚਣ, ਸਾਡਾ ਬਾਰਡਰ ਸਟੇਟ ਹੈ। ਸੋ ਇਹ ਰਿਟ ਪਟੀਸ਼ਨ ਮੈਂ ਪਾਈ ਤੇ ਜਿਸ 'ਚ ਆਨਰੇਬਲ ਹਾਈ ਕੋਰਟ ਨੇ 20/7/2022 ਨੂੰ ਇਹ ਆਰਡਰ ਕੀਤਾ, ਡਿਸਪੋਜ਼ ਆਫ ਕੀਤੀ ਨਾਲ, ਇਹ ਕਹਿ ਕੇ ਕਿ ਬਈ 2 ਮਹੀਨੇ ਦੇ ਅੰਦਰ ਅੰਦਰ ਜੋ ਇਹ ਰਿਪਰੈਜ਼ੈਂਟੇਸ਼ਨ ਅਨੈਕਸ਼ਰ P4 ਹੈ, ਇਹ ਰਿਪਰੈਜ਼ੈਂਟੇਸ਼ਨ ਨੂੰ ਸਰਕਾਰ ਦੇਖੇ, ਸੁਣੇ, ਇਨਕੁਆਇਰ ਕਰੇ ਤੇ ਕਾਰਵਾਈ ਕਰੇ। ਮੈਂ ਫਿਰ ਤੁਹਾਡੇ ਸਾਹਮਣੇ ਸਰਕਾਰ ਨੂੰ, ਨੋ ਡਾਊਟ ਸਾਡੇ DGP ਸਾਹਿਬ ਜਿਹੜੇ ਨਵੇਂ ਆਏ ਨੇ ਬੜੇ ਐਕਟਿਵਲੀ ਕੰਮ ਕਰ ਰਹੇ, ਸਾਨੂੰ ਬੜਾ ਭਰੋਸਾ ਉਹਨਾਂ 'ਤੇ ਕਿ ਉਹ ਇਸ 'ਤੇ ਅੱਗੇ ਬਣਦੀ ਕਾਰਵਾਈ ਕਰਨਗੇ। ਪਰ ਜੇ ਨਹੀਂ ਕਰਨਗੇ ਤਾਂ 2.5 ਮਹੀਨੇ ਬਾਅਦ ਅਸੀਂ ਫਿਰ ਕੋਰਟ ਖੜੇ ਹੋਵਾਂਗੇ, ਕਿਉਂਕਿ ਅਸੀਂ ਜਿਹੜਾ ਪੰਜਾਬ ਵਾਸਤੇ ਥ੍ਰੈਟ ਬਣਿਆ ਹੋਇਆ, ਜਿਹੜਾ ਪੰਜਾਬ ਵਾਸਤੇ ਖਤਰਾ ਬਣਿਆ ਹੋਇਆ, ਹਰ ਇੱਕ ਪੰਜਾਬੀ ਉਹਦੇ ਖਿਲਾਫ ਖੜਾ ਹੈ। ਪੰਜਾਬੀਆਂ ਨੇ ਸੰਤਾਪ ਬੜੇ ਝੱਲੇ ਨੇ, ਚਾਹੇ 84 ਦਾ ਹੋਵੇ, ਚਾਹੇ 47 ਦਾ ਹੋਵੇ, ਹੋਰ ਲੜਾਈਆਂ ਦੋ ਵਿੱਚ ਆਈਆਂ ਪਾਕਿਸਤਾਨ ਦੇ ਨਾਲ, ਤੇ ਹੋਰ ਪੰਜਾਬ 'ਚ ਮਾਦਾ ਨਹੀਂ ਹੈਗਾ ਕਿ ਅਸੀਂ ਹੋਰ ਇਹ ਦਿੱਲੀ ਵਾਲਿਆਂ ਦੇ ਕਾਰਨਾਮਿਆਂ ਕਰਕੇ ਹੋਰ ਪੰਜਾਬ ਸੰਤਾਪ ਝੱਲੇ। ਉਹ ਤੋਂ ਬਾਅਦ ਜੀ ਕੱਲ੍ਹ 22 ਤਰੀਕ ਨੂੰ ਕਿ ਆਨਰੇਬਲ ਹਾਈ ਕੋਰਟ ਦੇ ਆਰਡਰ ਸੀਗੇ ਕਿ ਸਰਟੀਫਾਈਡ ਕਾਪੀਆਂ ਜਿਹੜੀਆਂ ਹੈਗੀਆਂ ਉਹ ਲਾਣ ਤੋਂ ਜਿੱਦਣ ਉਹ ਦਓਗੇ ਉਦਣ ਤੋਂ ਹੀ ਟਾਈਮ ਸ਼ੁਰੂ ਹੋਏਗਾ। ਤੇ ਕੱਲ੍ਹ ਅਸੀਂ DGP ਸਾਹਿਬ ਨੂੰ ਦੇ ਦਫ਼ਤਰ ਜਾ ਕੇ ਉੱਥੇ ਸਰਟੀਫਾਈਡ ਕਾਪੀਆਂ ਨਾਲ ਲਗਾ ਕੇ ਪੂਰੀ ਰਿਟ ਪਟੀਸ਼ਨ ਲਾ ਕੇ ਅਸੀਂ ਸਬਮਿਟ ਕਰਿਆ ਹੈ। ਮਤਲਬ ਕੱਲ੍ਹ ਤੋਂ ਟਾਈਮ ਸਾਡਾ ਸ਼ੁਰੂ ਹੋ ਗਿਆ ਤੇ ਹੁਣ ਅਸੀਂ 1.5 ਮਹੀਨੇ ਵੇਟ ਕਰਾਂਗੇ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਡਾਕੂਮੈਂਟ ਲੀਕ ਕਿਵੇਂ ਹੋਏ ਨੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੋਲੀਟੀਕਲ ਅਫੇਅਰ ਨੂੰ ਦੇਖ ਰਹੇ ਸੀਗੇ ਸੰਦੀਪ ਪਾਠਕ, ਜੋ ਰਾਜ ਸਭਾ ਮੈਂਬਰ ਬਣਾ ਕੇ ਭੇਜੇ ਨੇ, ਤੇ ਐਡਮਿਨਿਸਟ੍ਰੇਸ਼ਨ ਨੂੰ ਦੇਖ ਰਹੇ ਨੇ CM ਨੰਬਰ 2 ਰਾਘਵ ਚੱਡਾ ਜੀ, ਕਿਉਂਕਿ CM ਨੰਬਰ 1 ਤਾਂ ਅਰਵਿੰਦ ਕੇਜਰੀਵਾਲ ਜੀ ਨੇ, ਨੰਬਰ 2 ਰਾਘਵ ਚੱਡਾ ਜੀ, ਤੇ ਭਗਵੰਤ ਮਾਨ ਸਾਹਿਬ ਤਾਂ ਸਾਡੇ ਜਿਹੜੇ ਨੇ ਉਹ CM ਨੰਬਰ 3 ਨੇ। ਤੇ ਹੁਣ ਸਾਰੀ ਇਲੈਕਸ਼ਨ ਪਲਾਨਿੰਗ ਚਾਹੇ ਗੁਜਰਾਤ ਦੀ ਹੋਵੇ, ਚਾਹੇ ਉਹ ਹਿਮਾਚਲ ਦੀ ਹੋਵੇ, ਚਾਹੇ ਪੰਜਾਬ ਦੀ ਸੀਗੀ, ਉਹ ਸਾਰੀ ਸੰਦੀਪ ਪਾਠਕ ਨੇ ਘੜੀ ਸੀਗੀ। ਕੀ ਚਲਾਉਣਾ, ਕਿਵੇਂ ਚਲਾਉਣਾ ਹੈ, ਕਿਹੜੀ ਐਡ ਚੱਲਣੀ ਹੈ, ਕਿਵੇਂ ਇਲੈਕਸ਼ਨ ਸਟ੍ਰੈਟਜੀ ਬਣੀ ਹੈ। ਸੋ ਇਹ ਵੀ ਇੱਕ PR ਸਟੰਟ ਜਿਹੜਾ ਮੇਰਾ ਸਿੱਧਾ ਬੇਨਤੀ ਹੈ DGP ਸਾਹਿਬ ਨੂੰ ਕਿ ਰਾਘਵ ਚੱਡਾ ਤੇ ਸੰਦੀਪ ਪਾਠਕ ਦੋਨਾਂ ਦੀ ਫੋਨ ਡਿਟੇਲ ਚੈੱਕ ਕੀਤੇ ਜਾਣ, ਦੋਨਾਂ ਦੇ ਲੋਕੇਸ਼ਨਾਂ ਚੈੱਕ ਕੀਤੀਆਂ ਜਾਣ। ਜਦੋਂ ਉਹ ਕੁੜੀ ਨੇ ਡਾਕੂਮੈਂਟ ਉਹਦੇ ਕੋਲ ਕਿਵੇਂ ਪਹੁੰਚੇ, ਉਹਨਾਂ ਨੇ ਕਿਹਨੂੰ ਫੋਨ ਕੀਤੇ, ਕਿਉਂਕਿ ਇੱਕ ਨੇ ਇਲੈਕਸ਼ਨ ਸਟ੍ਰੈਟਜੀ ਬਣਾਈ ਕਿ ਅਸੀਂ ਸਿਕਿਉਰਿਟੀ ਵਿਡਰਾਅ ਕਰਨ ਨੂੰ ਲੈ ਕੇ ਕਿਵੇਂ ਇਹਨੂੰ ਲੋਕਾਂ 'ਚ ਲੈ ਕੇ ਜਾਣਾ, ਵਾਹਵਾਹੀ ਲੁੱਟਣੀ ਹੈ, ਤੇ ਦੂਜੇ ਦਾ ਹੱਥ ਇਹ ਸਰਕਾਰੀ ਡਾਕੂਮੈਂਟ ਲੀਕ ਕਰਵਾਉਣ 'ਚ ਰਿਹਾ। ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ। ਸਾਡੀ ਬੇਨਤੀ ਹੈ DGP ਸਾਹਿਬ ਤੋਂ ਆਸਾਂ ਨੇ, ਉਹਨਾਂ ਨੂੰ ਬੇਨਤੀ ਵੀ ਹੈ ਇਹ। ਹੁਣ ਇਹਦੇ ਨਾਲ ਹੋ ਕੀ ਸਕਦਾ ਹੈ, ਇਹ ਇਕੱਲਾ IPC ਦੇ ਅੰਡਰ ਸੈਕਸ਼ਨ ਨਹੀਂ ਬਣਦਾ। ਇੱਕ ਆਫੀਸ਼ੀਅਲ ਸੀਕਰੇਟ ਐਕਟ 1923 ਹੈਗਾ, ਉਹਦਾ ਸੈਕਸ਼ਨ 6(2)B ਜਿਹੜਾ ਹੈਗਾ ਉਹਦੇ ਵਿੱਚ ਫਾਲ ਕਰਦਾ ਹੈ ਵੀ ਕੋਈ ਵੀ ਆਫੀਸ਼ੀਅਲ, ਸਪੋਜ਼ ਦੈਟ ਮੈਂ ਜਾਂ ਤੁਸੀਂ, ਤੁਹਾਡੇ 'ਚੋਂ ਕੋਈ ਸਰਕਾਰੀ ਮੁਲਾਜ਼ਮ ਹੈ, ਪੁਲਿਸ ਮੁਲਾਜ਼ਮ ਹੈ, ਤੇ ਸਾਨੂੰ ਇੱਕ ਹਾਈਲੀ ਸੈਂਸਿਟਿਵ ਡਾਕੂਮੈਂਟ ਦਿੱਤਾ ਜਾਂਦਾ ਹੈ, ਤੇ ਜਦੋਂ ਤੱਕ ਸਰਕਾਰ ਨਾ ਕਹੇ ਤਦੋਂ ਤੱਕ ਅਸੀਂ ਆਪਣੇ ਨਾਲ ਦੀ ਕੁਰਸੀ 'ਤੇ ਜਿਹੜਾ ਬੈਠਾ ਉਹਨੂੰ ਦੱਸ ਵੀ ਨਹੀਂ ਸਕਦੇ ਵੀ ਮੇਰੇ ਕੋਲ ਸਰਕਾਰੀ ਸੀਕਰੇਟ ਡਾਕੂਮੈਂਟ ਪਿਆ ਹੈ। ਪਰ ਇਹ ਸੀਕਰੇਟ ਡਾਕੂਮੈਂਟ ਹੋਮ ਡਿਪਾਰਟਮੈਂਟ ਤੋਂ, ਪੁਲਿਸ ਡਿਪਾਰਟਮੈਂਟ 'ਚੋਂ ਬਾਹਰ ਕਿਵੇਂ ਨਿਕਲਿਆ ਆ। ਦੂਜਾ ਸਵਾਲ, ਇਹ ਡਾਕੂਮੈਂਟ DPRO ਡਿਪਾਰਟਮੈਂਟ ਤੱਕ ਕਿਵੇਂ ਪਹੁੰਚ ਗਿਆ, ਡਾਕੂਮੈਂਟ ਦਿੱਲੀ ਟੀਮ ਵੱਲੋਂ ਕਿਵੇਂ ਪਹੁੰਚ ਗਿਆ। ਇਹ ਸਭ ਦੇ ਸਵਾਲ ਜਿਹੜੇ ਹੈ, ਸਭ ਦਾ ਜਵਾਬ ਸਾਡੇ ਮਾਨਯੋਗ DGP ਸਾਹਿਬ ਨੂੰ ਦੇਣਾ ਪਊਗਾ। ਇਹਦੀ ਰਿਪਰੈਜ਼ੈਂਟੇਸ਼ਨ ਦੀ ਕਾਪੀ ਮੈਂ ਭਗਵੰਤ ਮਾਨ ਸਾਹਿਬ ਨੂੰ ਭੇਜੀ ਸੀਗੀ। ਭਗਵੰਤ ਮਾਨ ਸਾਹਿਬ ਵੀ ਇਸ 'ਤੇ ਸਾਇਲੈਂਟ ਨੇ ਕਿਉਂਕਿ ਦਿੱਲੀ ਵਾਲੇ ਫਸਦੇ ਨੇ, ਤੇ ਭਗਵੰਤ ਮਾਨ ਸਾਹਿਬ ਨੂੰ ਦੇਣਾ ਪਊਗਾ ਕਿ ਉਹਨਾਂ ਵਾਸਤੇ ਪੰਜਾਬ ਦਾ ਮਾਹੌਲ ਜ਼ਰੂਰੀ ਹੈ ਜਾਂ ਰਾਘਵ ਚੱਡੇ ਦੀ ਦਿੱਲੀ ਟੀਮ, ਜਿਹੜੇ ਭਗਵੰਤ ਮਾਨ ਸਾਹਿਬ ਦੇ ਵਿਆਹ ਦੇ ਬਰਾਤੀ ਵੀ ਸੀਗੇ, ਉਹ ਦਿੱਲੀ ਟੀਮ, ਉਹ ਜ਼ਰੂਰੀ ਹੈ। ਇਹਦਾ ਜਵਾਬ ਵੀ ਭਗਵੰਤ ਮਾਨ ਸਾਹਿਬ ਨੂੰ ਪਬਲਿਕ ਡੋਮੇਨ 'ਚ ਦੇਣਾ ਪਊਗਾ। ਤੇ ਨਾਲ ਅੰਡਰ ਸੈਕਸ਼ਨ 166 IPC, ਉਹ ਵੀ ਇੱਕ ਸਰਕਾਰੀ ਮੁਲਾਜ਼ਮ ਨੂੰ ਇਹ ਕਹਿੰਦਾ ਹੈ ਕਿ ਤੁਸੀਂ ਕੋਈ ਵੀ ਹਾਈਲੀ ਸੈਂਸਿਟਿਵ ਡਾਕੂਮੈਂਟ ਇਨਫੋਰਮੇਸ਼ਨ ਬਾਹਰ ਨਹੀਂ ਦੇ ਸਕਦੇ। ਈਵਨ ਕਿ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਈਸਟਰਨ ਪੰਜਾਬ
ਸੇਫਟੀ ਐਕਟ ਜਿਹੜਾ ਸਿਕਿਉਰਿਟੀ ਐਕਟ ਹੈਗਾ, ਉਹ ਐਕਟ ਦੇ ਤਹਿਤ ਵੀ ਜੇ ਸਰਕਾਰ ਨੇ ਕੋਈ ਐਡਵਰਟਾਈਜ਼ਮੈਂਟ ਵੀ ਦੇਣੀ ਹੈ ਤਾਂ ਸਰਕਾਰ ਨੂੰ 20 ਵਾਰੀ ਸੋਚਣਾ ਪੈਂਦਾ। ਕੋਈ ਵੀ ਐਸੀ ਸੈਂਸਿਟਿਵ ਇਨਫੋਰਮੇਸ਼ਨ, ਕੋਈ ਵੀ ਐਸੀ ਡਾਕੂਮੈਂਟ ਜਾਂ ਕੋਈ ਵੀ ਐਸੀ ਇਨਫੋਰਮੇਸ਼ਨ ਜਿਹੜੀ ਪੰਜਾਬ ਦੇ ਮਾਹੌਲ ਨੂੰ, ਸਰਕਾਰ ਦੇ ਸਟੇਟ ਦੇ ਮਾਹੌਲ ਨੂੰ, ਦੇਸ਼ ਦੇ ਮਾਹੌਲ ਨੂੰ, ਜਾਂ ਕੋਈ ਲੋਕਾਂ ਦੇ ਅਗੇਂਸਟ ਕੋਈ ਫਰੀडम ਆਫ ਸਪੀਚ ਜਾਂ ਫਰੀडम ਆਫ ਐਕਸਪ੍ਰੈਸ਼ਨ ਦੇ ਅਗੇਂਸਟ ਕੋਈ ਨਾ ਜਾਂਦੀ ਹੋਵੇ, ਤਾਂ ਐਸੀ ਚੀਜ਼ ਜਿਹੜੀ ਸਰਕਾਰ ਵੱਲੋਂ ਰਿਲੀਜ਼ ਨਹੀਂ ਹੋ ਸਕਦੀ। ਪਰ ਇਸ ਤਰ੍ਹਾਂ ਸਰਕਾਰ ਵੱਲੋਂ ਹਾਈਲੀ ਸੈਂਸਿਟਿਵ ਡਾਕੂਮੈਂਟ ਰਿਲੀਜ਼ ਹੁੰਦੇ ਆ, ਉਸ ਡਾਕੂਮੈਂਟ ਤੋਂ ਬਾਅਦ ਕਤਲ ਹੁੰਦਾ ਹੈ ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਲੀਕ ਹੁੰਦੇ ਆ। ਇੱਕ ਮੇਰਾ ਹੋਰ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਡਾਕੂਮੈਂਟ ਲੀਕ ਕੀਤੇ ਔਰ ਜਿਨ੍ਹਾਂ ਨੇ ਪਬਲਿਸ਼ ਕੀਤੇ, ਜਿਵੇਂ ਸਿੱਧੂ ਮੂਸੇਵਾਲੇ ਕੇਸ 'ਚ ਮੁਖਬਰ ਤੁਹਾਨੂੰ ਯਾਦ ਹੋਊਗਾ, ਉਹਨਾਂ ਨੇ ਕਿਹਾ ਜੀ 2 ਮੁਖਬਰ ਬਾਹਰ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ, ਰੈਕੀ ਕੀਤੀ ਅਤੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ, ਕਾਰਵਾਈ ਕੀਤੀ। ਇਹਨਾਂ ਨੂੰ ਵੀ ਐਜ਼ ਏ ਮੁਖਬਰ ਫਸਟ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਵਾਲੇ, ਪਹਿਲੀ ਇਨਫੋਰਮੇਸ਼ਨ ਇਹਨਾਂ ਵੱਲੋਂ ਲੀਕ ਹੋਈ ਹੈ, ਫਸਟ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਵਾਲੇ ਮੰਨਿਆ ਜਾਵੇ ਔਰ ਉਸੀ FIR 'ਚ ਐਡ ਕੀਤਾ ਜਾਵੇ। FIR ਜਦੋਂ ਲਿਖਦੀ ਹੈ ਪੁਲਿਸ, ਉਹਦਾ ਫੁੱਲ ਫਾਰਮ ਹੁੰਦੀ ਹੈ ਫਸਟ ਇਨਫੋਰਮੇਸ਼ਨ ਰਿਪੋਰਟ। ਮੈਂ ਪਹਿਲਾਂ ਕੀ ਕੰਪਲੇਂਟ ਦਿੱਤੀ ਉਹ ਦਰਜ ਹੁੰਦੀ ਹੈ, ਉਹ 'ਤੇ ਇਨਵੈਸਟੀਗੇਸ਼ਨ ਹੁੰਦੀ ਹੈ, ਫਿਰ ਅੱਗੇ ਕੜੀਆਂ ਜੁੜੀਆਂ ਜਾਂਦੀਆਂ। ਤਾਂ ਮੈਂ ਵੀ ਕਹਿੰਦਾ ਫਸਟ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਵਾਲੇ ਮੁਖਬਰ, ਸਭ ਤੋਂ ਪਹਿਲੇ ਮੁਖਬਰ ਜਿਹੜੇ ਨੇ ਦਿੱਲੀ ਟੀਮ ਦੇ ਨੇ, ਚਾਹੇ ਸਰਕਾਰੀ ਅਮਲੇ 'ਚ ਬੈਠੇ ਨੇ ਜਿਨ੍ਹਾਂ ਨੇ ਰਿਪੋਰਟ ਲੀਕ ਕਰੀ, ਉਹਨਾਂ 'ਤੇ ਪਹਿਲ ਦੇ ਆਧਾਰ 'ਤੇ ਪਰਚੇ ਦਰਜ ਹੋਣੇ ਚਾਹੀਦੇ ਨੇ, ਤਾਂ ਕਿ ਅੱਗੇ ਤੇ ਪੰਜਾਬ ਦੇ ਮਾਹੌਲ ਨਾਲ ਕੋਈ ਖੇਲ ਨਾ ਸਕੇ, ਪੰਜਾਬ ਦੀ ਸ਼ਾਂਤੀ ਨਾਲ, ਪੰਜਾਬ ਦੀ ਜਿਹੜੀ ਆਨ ਬਾਨ ਨਾਲ ਕੋਈ ਖੇਲ ਨਾ ਸਕੇ। ਉਹ ਸਬਕ ਜਿਹੜਾ ਅੱਗੇ ਤੋਂ ਮਿਲੇ। ਹੁਣ ਇੱਕ ਦੂਜੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਮੈਂ ਲਿਖਿਆ ਸੀਗਾ, ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਹੈ, ਤੁਸੀਂ ਸਰਪ੍ਰਾਈਜ਼ ਹੋਵੋਗੇ। ਪੰਜਾਬੀ ਮੈਂ ਲਿਖਿਆ ਸੀ ਵਰਡ ਬ੍ਰੇਕਿੰਗ ਐਂਡ ਸ਼ੌਕਿੰਗ ਨਿਊਜ਼। ਮੈਨੂੰ ਉਮੀਦ ਹੈ ਮੇਰੇ ਮੀਡੀਆ ਦੇ ਸਾਥੀ ਫਿਰ ਇਸ ਵਾਰੀ ਚਲਾਉਣਗੇ ਟਾਈਟਲ ਕਿ ਪੰਜਾਬ ਦਾ ਪ੍ਰਧਾਨ ਕੌਣ। A ਸ਼੍ਰੀ ਅਰਵਿੰਦ ਕੇਜਰੀਵਾਲ ਜੀ, B ਸ਼੍ਰੀ ਭਗਵੰਤ ਮਾਨ ਸਾਹਿਬ। ਪ੍ਰਧਾਨ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਚਲਾ ਪਿੱਛੇ ਹੋ ਰਹੇ ਨੇ। ਕਾਗਜ਼ਾਂ 'ਚ ਪ੍ਰਧਾਨ ਕੌਣ, ਸਰਕਾਰੀ ਡਾਕੂਮੈਂਟ 'ਚ ਪ੍ਰਧਾਨ ਕੌਣ। A ਅਰਵਿੰਦ ਕੇਜਰੀਵਾਲ ਜੀ, B ਭਗਵੰਤ ਮਾਨ ਸਾਹਿਬ। ਕੁਝ ਡਾਕੂਮੈਂਟ ਮੇਰੇ ਕੋਲ ਨੋ ਡਾਊਟ ਹਾਈ ਸੈਂਸਿਟਿਵ ਡਾਕੂਮੈਂਟ ਸੀ, ਕਿਉਂਕਿ ਕੁਝ ਰਿਟ ਪਟੀਸ਼ਨਾਂ 'ਚ ਲੱਗੇ ਹੋਏ ਸੀਗੇ। ਜਦੋਂ ਮੈਂ ਰਿਸਰਚ ਕਰ ਰਿਹਾ ਸੀ ਆਪਣੀ ਡਾਇਰੈਕਸ਼ਨ ਪਾਉਣ ਵਾਸਤੇ ਤਾਂ ਉਹਨਾਂ 'ਚੋਂ ਮੈਨੂੰ ਮਿਲੇ ਉਹ। ਇਸ ਕਰਕੇ ਡਾਕੂਮੈਂਟ ਮੈਂ ਉਹ ਪਬਲਿਕਲੀ ਨਹੀਂ ਕਰ ਸਕਦਾ, ਕਿਉਂਕਿ ਮੈਂ ਉਹ ਦਿੱਲੀ ਵਾਲਿਆਂ ਵਾਂਗੂ ਨਹੀਂ ਹੈਗਾ। ਮੈਂ ਪੰਜਾਬੀ ਹਾਂ। ਪੰਜਾਬ ਦੇ ਕਿਸੇ ਵੀ, ਚਾਹੇ ਉਹ ਸਾਡਾ ਦੁਸ਼ਮਣ ਹੈ, ਚਾਹੇ ਉਹ ਦੋਸਤ ਹੈ, ਕਿਸੇ ਨਾਲ ਵੀ ਕੋਈ ਵਧੀਕੀ ਹੋਵੇ, ਮੈਂ ਨਹੀਂ ਚਾਹੁੰਦਾ ਇਹੋ ਜਿਹਾ ਕੁਝ ਹੋਵੇ। ਪਰ ਉਸ ਡਾਕੂਮੈਂਟ ਦਾ ਇੱਕ ਲਾਈਨ ਮੈਂ ਜ਼ਰੂਰ ਪੇਸਟ ਕਰਕੇ ਲਿਆਇਆ। ਮੈਨੂੰ ਲੱਗਦਾ ਇਹਦਾ ਜਵਾਬ ਆਮ ਆਦਮੀ ਪਾਰਟੀ ਨੂੰ ਦੇ ਦੇਣਾ ਚਾਹੀਦਾ ਹੋਊਗਾ, ਪੰਜਾਬ ਸਰਕਾਰ ਨੂੰ ਵੀ ਦੇ ਦੇਣਾ ਆਪਣਾ ਚਾਹੀਦਾ ਹੋਊਗਾ ਕਿ ਇਹ ਸੱਚ ਹੈ ਕਿ ਝੂਠ ਹੈ, ਕਿਉਂਕਿ ਇਹ ਡਾਕੂਮੈਂਟ ਸੱਚ ਹੈ। ਨਹੀਂ ਫਿਰ 2 ਮਹੀਨੇ ਬਾਅਦ ਰਿਟ ਮੇਰੀ ਤਾਂ ਫਿਰ ਤਿਆਰੇ ਪਈ ਹੈ ਕਿ ਕੇਜਰੀਵਾਲ ਸਾਹਿਬ ਨੂੰ ਸਿਕਿਉਰਿਟੀ ਕਿਵੇਂ ਮਿਲ ਗਈ। ਇਹ ਡਾਕੂਮੈਂਟ ਹੈ ਜੀ ਪੰਜਾਬ ਦਾ ਪ੍ਰਧਾਨ ਕੌਣ। ਪਹਿਲਾ ਇਹ ਡਾਕੂਮੈਂਟ ਹੈ ਭਗਵੰਤ ਮਾਨ ਸਾਹਿਬ ਨੇ ਨਵੀਂ ਲਿਸਟ ਕੱਢੀ ਹੋਣੀ ਅਹੁਦੇਦਾਰਾਂ ਦੀ, ਅਤੇ ਥੱਲੇ ਲਿਖਿਆ ਹੋਇਆ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ। ਪੰਜਾਬ ਦੀ ਆਨ ਬਾਨ ਸ਼ਾਨ ਸਾਡਾ ਵੀਰ ਭਗਵੰਤ ਮਾਨ। ਉਹ ਲਹਿਦੀ ਗੱਲ ਹੈ, ਹੁਣ ਸ਼ਾਨ ਦਿੱਲੀ ਵਾਲਿਆਂ ਦੀ ਆ ਉਹ, ਪਰ ਅਸੀਂ ਤਾਂ ਅੱਜ ਵੀ ਮੰਨਦੇ ਹਾਂ। ਇਹ ਡਾਕੂਮੈਂਟ ਹੈ ਸਰਕਾਰੀ ਡਾਕੂਮੈਂਟ। ਇਹਦੀ ਡੇਟ ਹੈ, ਇੱਕ ਮਿੰਟ ਮੈਂ ਡੇਟ ਥੋੜ੍ਹਾ ਵੈਰੀਫਾਈ ਕਰ ਲਾਂ ਤਾਂ ਕਿ ਕੱਲ੍ਹ ਨੂੰ ਸਰਕਾਰ ਨੂੰ ਵੀ ਕਲੈਰਿਟੀ ਹੋ ਜੇ। 29/4/2022 ਤਰੀਕ ਦਾ ਇਹ ਡਾਕੂਮੈਂਟ ਹੈ, ਜਿਹਦਾ ਕੁਝ ਅੰਸ਼ ਮੈਂ ਕੱਢ ਕੇ ਲਿਆਇਆ। ਨੰਬਰ 1 ਪੜ੍ਹ ਦਿੰਦਾ ਮੈਂ। ਸ਼੍ਰੀ ਅਰਵਿੰਦ ਕੇਜਰੀਵਾਲ ਆਨਰੇਬਲ CM ਦਿੱਲੀ। ਅਗਲੀ ਗੱਲ ਨੋਟ ਕਰਿਓ, ਤੁਸੀਂ ਚਲਾਣਾ ਹੋਊਗਾ A ਔਰ B ਵਾਲਾ ਕੰਮ। ਕਨਵੀਨਰ ਆਪ ਪੰਜਾਬ। ਫਿਰ ਭਗਵੰਤ ਮਾਨ ਕੌਣ ਹੈ ਭਾਈ? ਜੇ ਪ੍ਰਧਾਨ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ, ਹੂ ਇਜ਼ ਭਗਵੰਤ ਮਾਨ। ਦੂਜਾ ਸ਼੍ਰੀ ਭਗਵੰਤ ਮਾਨ ਆਨਰੇਬਲ ਚੀਫ ਮਿਨਿਸਟਰ ਪੰਜਾਬ। ਮੈਨੂੰ ਲੱਗਦਾ ਸਵਾਲ ਸਮਝ ਆ ਗਿਆ ਹੋਊਗਾ, ਪੰਜਾਬ ਦੀ ਜਨਤਾ ਹੀ ਪੁੱਛ ਲੂਗੀ ਕਿ ਪੰਜਾਬ ਦਾ ਪ੍ਰਧਾਨ ਕੌਣ। ਤਿਆਰੀ ਖਿੱਚ ਲਓ ਪੰਜਾਬੀਓ, ਪੰਜਾਬ ਦਾ ਮੁੱਖ ਮੰਤਰੀ ਵੀ ਪ੍ਰਧਾਨ ਨੇ ਬਣਨਾ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ।
ਤਾਂ ਹੀ ਐਡਵਾਈਜ਼ਰੀ ਕਮੇਟੀ ਬਣੀ ਹੈ, ਤਾਂ ਹੀ ਕਾਕਾ ਜੀ ਭੇਜੇ ਨੇ ਵੀ ਜਾ ਕੇ ਗਰਾਊਂਡ ਸਾਫ਼ ਕਰੋ। ਭਗਵੰਤ ਮਾਨ ਨੂੰ ਬਦਨਾਮ ਕਰਾਂਗੇ, ਕਹਾਂਗੇ ਨਹੀਂ ਚਲਾ ਸਕਦਾ, ਦਿੱਲੀ ਮਾਡਲ ਹੀ ਚਲਾਊਗਾ। ਪਹਿਲਾ ਸਟੈਪ, ਪਹਿਲੀ ਪੌੜੀ ਦਿੱਲੀ ਵਾਲਿਆਂ ਨੇ ਪ੍ਰਧਾਨ ਬਣ ਕੇ ਪੰਜਾਬ ਦੀ ਪਾਰ ਕਰ ਲਈ ਹੈ। ਸੋ ਇਹ ਫੈਸਲਾ ਹੁਣ ਪੰਜਾਬੀਆਂ ਨੇ ਕਰਨਾ ਹੈ। ਤੇ ਮੇਰੀ ਬੇਨਤੀ ਹੋਊਗੀ ਕਿ ਸਾਡੇ ਮੀਡੀਆ ਦੇ ਸਾਥੀ ਜ਼ਰੂਰ ਚਲਾਉਣ ਕਿ ਭਾਈ ਆਪਸ਼ਨ ਏ ਹੈ, ਆਪਸ਼ਨ ਬੀ। ਦੇਖੋ ਮੈਂ ਪਹਿਲਾਂ ਵੀ ਦੱਸਿਆ, ਹਾਈਲੀ ਸੈਂਸਿਟਿਵ ਡਾਕੂਮੈਂਟ ਹੈ। ਪਬਲਿਕ ਡਾਕੂਮੈਂਟ ਸੌਰੀ ਗਵਰਨਮੈਂਟ ਹਾਈਲੀ ਸੈਂਸਿਟਿਵ ਸਿਕਿਉਰਿਟੀ ਡਾਕੂਮੈਂਟ ਹੈ। ਇਹ ਸਿਕਿਉਰਿਟੀ ਡਾਕੂਮੈਂਟ ਮੈਂ ਦੱਸ ਦਿੰਦਾ। ਹੁਣ ਕਿਹਨੂੰ ਕਿੰਨੀ ਸਿਕਿਉਰਿਟੀ ਡਾਕੂਮੈਂਟ ਦੇਈ ਗਏ ਮੈਂ ਨਹੀਂ ਦੱਸ ਸਕਦਾ। ਮੈਂ ਸਿਕਿਉਰਿਟੀ ਡਾਕੂਮੈਂਟ ਤਾਂ ਹੀ ਕਹਿ ਰਿਹਾ, ਮੈਂ ਤਾਂ ਹੀ ਇੰਡਾਇਰੈਕਟਲੀ ਕਹਿ ਰਿਹਾ ਸਿਕਿਉਰਿਟੀ ਡਾਕੂਮੈਂਟ ਹੈ। ਸਿਕਿਉਰਿਟੀ ਡਾਕੂਮੈਂਟ ਹੈ। ਸਿਕਿਉਰਿਟੀ ਡਾਕੂਮੈਂਟ 'ਚ ਸਰਕਾਰੀ ਕਾਗਜ਼ਾਂ 'ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ। ਹੁਣ ਦੇਖੋ ਬੜੀ ਇੰਟਰਸਟਿੰਗ ਗੱਲ, ਜਿਹੜੇ ਕਹਿੰਦੇ ਤੇ मैं पद नहीं लूँगा, मैं कोठी नहीं लूँगा, मैं सिक्योरिटी नहीं लूँगा, और एक संविधान एक पद होगा, वो आम आदमी पार्टी प्रधान नैशनल भी, आम आदमी पार्टी प्रधान पंजाब भी, जे खुदा ना खास्ता हिमाचल जित के मैनूं लगदा हिमाचल का प्रधान भी होई होऊ। एक सिक्योरिटी दिल्ली तो लीती हुई, दूजी सिक्योरिटी पंजाब तो लई हुई। जे किते हिमाचल जित गए ती फिर हिमाचल मैनूं लगदा जे बीजेपी वाले तो यह रूल एप्लीकेबल हो जाए, उन्होंने 7-8 किलोमीटर तक तो सिक्योरिटी वाला काफला ही ना मुक्के। जे बीजेपी भी आम आदमी पार्टी वाला यह रूल अपलाई करन लग जाए अपने आप से, या कांग्रेस वाला अपलाई करन लग जाए 2-3 किलोमीटर का उन्होंने भी काफला सिक्योरिटी वाला बनी जाऊगा। ये वो लोग ने ਜਿਹੜੇ ਕਹਿੰਦੇ ਨੇ मैं सिक्योरिटी नहीं लूँगा, मैं बंगला नहीं लूँगा, मैं गाड़ी नहीं लूँगा, ਅੱਜ सूबਿਆਂ ਦੇ ਪ੍ਰਧਾਨ ਬਣਨ ਤੱਕ ਮਜਬੂਰ ਹੋ ਗਏ। ਉਹ ਆ ਦੋ सूबਿਆਂ ਦੀ ਸਿਕਿਉਰਿਟੀ ਲਈ ਫਿਰਦੇ ਨੇ। ਸੋ ਮੇਰੇ ਹਿਸਾਬ ਨਾਲ ਮੈਂ ਤਾਂ ਬੇਨਤੀ ਇਹੀ ਕਰੂੰਗਾ ਵੀ ਖਬਰ ਤਾਂ ਇਹਨੂੰ ਪਰੇ ਛੱਡ ਕੇ ਹੀ ਚਲਾਇਓ ਕਿ ਆਜ ਕਾ ਪ੍ਰਧਾਨ ਆਪ ਕਾ ਪ੍ਰਧਾਨ ਕੌਣ। ਇਹ ਮੈਨੂੰ ਲੱਗਦਾ ਜ਼ਿਆਦਾ ਲੋਕਾਂ ਨੂੰ ਛੇਤੀ ਪੰਜਾਬ ਵਾਲਿਆਂ ਨੂੰ ਸਮਝ ਆ ਜਾਏਗਾ ਕਿ ਅੱਗੇ ਸ਼ਾਇਦ ਮੈਂ ਡਾਕੂਮੈਂਟ ਇਹ ਵੀ ਲੈ ਕੇ ਆ ਜਾ 6 ਮਹੀਨੇ ਤੱਕ ਕਿ ਆਪ ਕਾ ਅਗਲਾ ਮੁੱਖ ਮੰਤਰੀ ਕੌਣ। ਧੰਨਵਾਦ ਜੀ। ਕੋਈ ਕਿਸੇ ਦਾ ਸਵਾਲ ਹੋਵੇ। ਡਾਕੂਮੈਂਟ ਦੇ ਉੱਤੇ ਜਿਹੜਾ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਰਵਿੰਦ ਕੇਜਰੀਵਾਲ ਕਨਵੀਨਰ ਪੰਜਾਬ, ਉਹ ਇੱਕ ਪ੍ਰਿੰਟਿੰਗ ਐਰਰ ਵੀ ਹੋ ਸਕਦਾ ਹੈ। ਅਸੀਂ ਇਸ ਨੂੰ ਕਿਸ ਕੰਟੈਕਸਟ ਦੇ ਵਿੱਚ ਦੇਖੀਏ ਜਦੋਂ ਦੇਖੋ ਹਾਈ ਕੋਰਟ 'ਚ ਰਿਟ ਪਈਆਂ ਹੋਈਆਂ ਨੇ, ਉਹਨਾਂ 'ਚ ਡਾਕੂਮੈਂਟ ਲੱਗੇ ਹੋਏ ਨੇ, ਜਾ ਕੇ ਸਰਕਾਰ ਕਹਿ ਦੇਵੇ ਕਿ ਸਾਡੇ ਤੋਂ ਗਲਤੀ ਨਾਲ ਲਿਖਿਆ ਗਿਆ ਜੀ। ਇਹ ਸਰਕਾਰੀ ਡਾਕੂਮੈਂਟ ਹੈ ਨਾ, ਇਹ ਸਰਕਾਰੀ ਡਾਕੂਮੈਂਟ ਹੈ, ਸਰਕਾਰੀ ਕਾਗਜ਼ ਹੈ। ਇਹ ਤਾਂ ਹੈਗਾ ਜਿਹੜਾ ਭਗਵੰਤ ਮਾਨ ਸਾਹਿਬ ਦੀ ਮੈਂ ਦਿਖਾਇਆ। ਹੁਣ ਸਮਝਣ ਦੀ ਗੱਲ ਹੈ, ਇਹ ਤਾਂ ਉਹ ਚੀਜ਼ ਹੈ ਜਿਹੜੀ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਕਿ ਅਸੀਂ ਆਹ ਦੇਵਾਂਗੇ, ਆਹ ਦੇਵਾਂਗੇ, ਆਹ ਦੇਵਾਂਗੇ। ਇਹ ਉਹ ਡਾਕੂਮੈਂਟ ਹੈ, ਇਹ ਵਾਲਾ ਡਾਕੂਮੈਂਟ ਉਹ ਡਾਕੂਮੈਂਟ ਹੈ ਜਿਹੜੀਆਂ ਉਹ ਗਰੰਟੀਆਂ ਬਦਲ ਕੇ ਆਹ ਗਰੰਟੀਆਂ 'ਚ ਬਦਲ ਜਾਂਦਾ। ਗਰੰਟੀ ਤਾਂ ਸੀਗੀ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਪ੍ਰਧਾਨ ਭਗਵੰਤ ਮਾਨ ਸਾਹਿਬ, ਅੱਜ ਜਿਵੇਂ 300 ਯੂਨਿਟ ਵਾਲੀ ਬਦਲੀ, ਹੁਣ ਕਹਿੰਦੇ ਜੀ BPL ਕਾਰਡ ਵਾਲਿਆਂ ਨੂੰ, ਜਰਨਲ ਵਾਲਿਆਂ ਨੂੰ ਦੇਵਾਂਗੇ, ਬਾਕੀਆਂ ਨੂੰ ਨਹੀਂ ਦੇਵਾਂਗੇ। ਤੇ ਉਹੀ ਗਰੰਟੀਆਂ ਨੇ। ਇਹ ਦਿਖਾਵਾ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਦਿਖਾਵਾ ਪ੍ਰੋਪੇਗੈਂਡਾ ਇਹ ਹੈ, ਔਰ ਸਰਕਾਰੀ ਕੰਮ ਆ ਹੈ। ਦੋਨਾਂ 'ਚ ਇਹ ਫਰਕ ਹੈ। ਦੇਖੋ ਤੁਹਾਡੇ ਸਵਾਲ 'ਚ ਦੋ ਸਵਾਲ ਪੈਦਾ ਹੁੰਦੇ ਆ। ਇੱਕ ਤਾਂ ਸਵਾਲ ਪੈਦਾ ਇਹ ਹੁੰਦਾ ਕਿ ਇਹ ਮੁੱਖ ਮੰਤਰੀ ਤੱਕ ਪਹੁੰਚਣ ਦਾ ਰਸਤਾ ਹੈ। ਦੂਆ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਕਹਿੰਦੇ ਅਸੀਂ ਸਿਕਿਉਰਿਟੀ ਨਹੀਂ ਲਵਾਂਗੇ, ਉਹ ਆਪਣੇ ਆਪ ਨੂੰ ਪੰਜਾਬ ਦਾ ਪ੍ਰਧਾਨ ਬਣਾ ਕੇ ਸਿਕਿਉਰਿਟੀ ਦੇ ਰਹੇ ਹੈ। ਮਤਲਬ ਅੰਨੇ ਕਿ ਗ੍ਰੀਡੀ ਹੋ ਗਏ ਸਿਕਿਉਰਿਟੀ ਵਾਸਤੇ। ਇੱਕ ਜੈਡ ਪਲੱਸ ਦਿੱਲੀ ਪੁਲਿਸ ਵਾਲੀ ਸਿਕਿਉਰਿਟੀ ਉਹਨਾਂ ਨੂੰ ਰਾਸ ਨਹੀਂ ਆਈ। ਇਹੋ ਜਿਹਾ ਕਿਹੜਾ ਖਤਰਾ ਹੋ ਗਿਆ? ਜਦੋਂ ਘੱਲੂ ਘਾਰੇ ਦਾ ਦਿੱਤਾ ਗਿਆ ਹਵਾਲਾ ਸਿਕਿਉਰਿਟੀ ਵਿਡਰਾਅ ਦਾ ਵੀ ਸਿਕਿਉਰਿਟੀ ਘੱਟ ਕਰੀ ਘੱਲੂ ਘਾਰੇ 'ਚ, ਕੀ ਸਰਕਾਰ ਦੱਸੂਗੀ ਇਹਨਾਂ ਦੀ ਸਿਕਿਉਰਿਟੀ ਕਿੰਨੀ ਘੱਟ ਕਰੀ ਘੱਲੂ ਘਾਰੇ 'ਚ?
ਪੰਜਾਬੀਆਂ ਦੀ ਤਾਂ ਕਰ ਲਈ, ਦਿੱਲੀ ਵਾਲਿਆਂ ਦੀ ਕਿੰਨੀ ਸਿਕਿਉਰਿਟੀ ਘੱਟ ਕਰੀ ਕਿ ਪੰਜਾਬ ਸਰਕਾਰ ਜਾ ਕੇ ਕੋਰਟ 'ਚ ਦੱਸੂਗੀ ਜਿਹੜਾ ਕੋਰਟ ਪੁੱਛ ਰਿਹਾ ਵਾਰ-ਵਾਰ ਕਿ 29 ਤਰੀਕ ਨੂੰ ਜਵਾਬ ਦਿਓ ਇਸ ਚੀਜ਼ ਦਾ ਕੋਰਟ 'ਚ ਜਾ ਕੇ ਪੰਜਾਬ ਸਰਕਾਰ ਕਿ ਭਾਈ ਅਸੀਂ ਜਿਹੜੇ ਦਿੱਲੀ ਬੈਠੇ ਸੀਗੇ ਜਿਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੱਲੂਘਾਰੇ ਤੋਂ ਆਪਣੇ ਘਰਾਂ 'ਚ ਬੈਠੇ ਸੀਗੇ ਉਹਨਾਂ ਨੂੰ ਤਾਂ ਸਿਕਿਉਰਿਟੀ ਪੂਰੀ ਹੈ। ਜਿਹੜੇ ਪੰਜਾਬ 'ਚ ਜਿਨ੍ਹਾਂ ਨੂੰ ਹਾਈ ਥ੍ਰੈਟ ਪਰਸੈਪਸ਼ਨ ਸੀਗੀ ਸਿੱਧੂ ਮੂਸੇਵਾਲੇ ਕੇਸ, ਜੇ ਮੈਂ ਗਲਤ ਨਾ ਹੋਵਾਂ ਅਖਬਾਰਾਂ ਦੀ ਖਬਰ ਹੈ ਕਿ ਦਿੱਲੀ ਦੀ ਸਪੈਸ਼ਲ ਸੈੱਲ ਨੇ ਇੰਟੀਮੇਟ ਕੀਤਾ ਸੀ ਪੰਜਾਬ ਪੁਲਿਸ ਨੂੰ ਕਿ ਹਾਈ ਥ੍ਰੈਟ ਪਰਸੈਪਸ਼ਨ ਹੈ, ਫਿਰ ਵੀ ਸਿਕਿਉਰਿਟੀ ਵਿਡਰਾਅ ਕਰ ਲਈ। ਪੰਜਾਬ ਦੇ ਪੁੱਤਾਂ ਦੀ, ਪੰਜਾਬ ਦੇ ਲੋਕਾਂ ਦੀ ਸਿਕਿਉਰਿਟੀ ਵਿਡਰਾਅ ਕਰਕੇ ਤੁਸੀਂ ਦਿੱਲੀ ਵਾਲਿਆਂ ਦੀ ਕੋਠੀਆਂ ਦੀ ਰਾਖੀ ਨੂੰ ਭੇਜਤੀ। ਇਹ ਕਿਹੜੀ ਕਹਾਣੀ ਹੋਈ? ਮਤਲਬ ਤੁਸੀਂ ਪੰਜਾਬ ਨੂੰ ਸਟੇਕ 'ਤੇ ਲਾ ਕੇ ਦਿੱਲੀ ਵਾਲਿਆਂ ਨੂੰ ਪਾਲ ਰਹੇ ਹੋ। ਵੋਟਾਂ ਦਿੱਲੀ ਵਾਲਿਆਂ ਨੂੰ ਪਾਈਆਂ ਸੀ ਪੰਜਾਬ ਨੇ, ਉਹ ਤਾਂ ਸੰਗਰੂਰ ਨੇ ਦੱਸ ਦਿੱਤਾ ਨਾ ਹੁਣ ਵੀ ਜੇ ਤੁਸੀਂ ਸਾਡੇ ਨਹੀਂ ਤਾਂ ਅਸੀਂ ਵੀ ਤੁਹਾਡੇ ਨਹੀਂ ਹੈਗੇ। ਇਹ ਹੁਣ ਅੱਗੇ ਲੋਕਾਂ ਦੀ ਡਿਊਟੀ ਹੈ। ਮੇਰਾ ਕੰਮ ਸੀਗਾ ਲੋਕਾਂ ਨੂੰ ਅਵੇਅਰ ਕਰਨਾ, ਮੇਰਾ ਕੰਮ ਸੀ ਸਾਰੇ ਮੁੱਦੇ ਲੋਕਾਂ 'ਚ ਲੈ ਕੇ ਆਉਣਾ, ਇਹ ਲੋਕਾਂ ਨੂੰ ਅਵੇਅਰ ਕਰਤਿਆ। ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹੂੰਗਾ, ਅਗਲੀ ਵਾਰੀ ਪੰਚਾਇਤੀ ਜ਼ਮੀਨਾਂ ਦੀ ਹੈ, 3 MLA ਅਤੇ ਮੰਤਰੀ ਸਾਹਿਬ ਆਪਣੇ ਚਿੱਠੀਆਂ ਤਿਆਰ ਕਰ ਲੈਣ ਕਿਉਂਕਿ ਰਿਪੋਰਟਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ। ਤੁਹਾਡੇ ਸਾਹਮਣੇ ਐਂਟੀ ਕਰਪਸ਼ਨ ਜਿਹੜੀ ਸਾਈਟ ਹੈ ਨਾ ਬੰਦ ਨਾ ਕਰ ਦਿਓ ਭਗਵੰਤ ਮਾਨ ਸਾਹਿਬ। ਹੁਣ 10-15 ਦਿਨ ਬਾਅਦ ਉਸ 'ਤੇ ਕੰਪਲੇਂਟ ਪਊਗੀ 3 MLA ਅਤੇ 1 ਮੰਤਰੀ ਦੇ ਖਿਲਾਫ ਅਲੋਂਗ ਵਿਦ ਡਾਕੂਮੈਂਟਸ ਕਿ ਪੰਚਾਇਤੀ ਜ਼ਮੀਨਾਂ 'ਚ ਕਿੱਥੇ ਕਿੱਥੇ ਠੱਗੀ ਮਾਰ ਰਹੀ ਸਰਕਾਰ।